ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਕਣੀਆਂ ਪਈਆਂ, ਝੱਖੜ ਝੁੱਲਾ ਚੱਲਿਆ, ਕਈ ਥਾਵਾਂ 'ਤੇ ਤੇਜ਼ ਹਨੇਰੀ ਵਗੀ ਆ, ਜਿਹਦੇ ਕਰਕੇ ਕਿਸਾਨੀ ਦੇ ਫਿਕਰ ਦੇ ਵਿੱਚ ਵਾਧਾ ਹੋਇਆ ਕਿ ਜੇਕਰ ਆਉਂਦੇ 48 ਘੰਟਿਆਂ ਦੇ ਵਿੱਚ ਵੀ, ਜਿਵੇਂ ਕਿ ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸੰਭਾਵਨਾ ਹੈ ਕਿ ਮੀਂਹ ਹਨੇਰੀ ਝੱਖੜ ਝੁੱਲਾ ਫਿਰ ਚੱਲੇ, ਫਿਰ ਵਗੇ, ਤੇ ਜੇਕਰ ਇੱਦਾਂ ਹੋ ਜਾਂਦਾ ਤਾਂ ਕਿਸਾਨ ਆ ਜਿਹੜਾ ਉਹ ਹੋਰ ਪਰੇਸ਼ਾਨੀ ਦੇ ਵਿੱਚ ਆਊਗਾ। ਮੈਂ ਅੱਜ ਹੀ ਇੱਕ ਰਿਪੋਰਟ ਪੜ੍ਹ ਕੇ ਹਟਿਆ ਕਿ ਐਤਕੀ ਅਚਾਨਕ ਗਰਮੀ ਵਧਣ ਦੇ ਕਰਕੇ ਕਣਕ ਦਾ ਝਾੜ ਆ ਜਿਹੜਾ ਉਹ 10 ਤੋਂ ਲੈ ਕੇ 15% ਘਟ ਗਿਆ, ਜਿਹਦੇ ਕਰਕੇ ਪੰਜਾਬ ਦੀ ਕਿਸਾਨੀ ਜਿਹੜੀ ਕਿ ਪਹਿਲਾਂ ਆਰਥਿਕ ਤੌਰ ਦੇ ਉੱਤੇ ਝੰਬੀ ਪਈ ਹੈ, ਉਹਦੀ ਮੁਸ਼ਕਿਲ ਦੇ ਵਿੱਚ ਹੋਰ ਵਾਧਾ ਹੋਇਆ। ਸੋ ਕੁਦਰਤ ਦੇ ਅੱਗੇ ਸਾਡੀ ਅਰਦਾਸ ਹੈ, ਜੋਦੜੀ ਹੈ ਕਿ ਇਹ ਸਾਰਾ ਕੁਝ ਨਾ ਹੋਵੇ। ਹਾਲੇ ਕੁਝ ਕੁ ਦਿਨ ਮੀਂਹ ਤੋਂ ਗੁਰੇਜ਼ ਹੀ ਰਹਿਣਾ ਚਾਹੀਦਾ, ਮੀਂਹ ਨਹੀਂ ਪੈਣਾ ਚਾਹੀਦਾ। ਪਰ ਜੇਕਰ ਮੀਂਹ ਪੈ ਜਾਂਦਾ ਤਾਂ ਫਿਰ ਮੰਡੀਆਂ ਦੇ ਵਿੱਚ ਖੱਜਲ ਖੁਆਰੀ ਹੋਊਗੀ। ਹਾਲੇ ਕਣਕ ਖੇਤਾਂ ਦੇ ਵਿੱਚ ਖੜੀ ਹੈ ਅਤੇ ਜਿਹੜੀ ਖੜੀ ਕਣਕ ਆ ਉਹਦੇ ਮੂਹਰੇ ਹੋਰ ਦਿੱਕਤ ਦਰਪੇਸ਼ ਆਊਗੀ। ਸੋ ਸਾਰਾ ਕੁਝ ਠੀਕ ਰਹੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਇੱਕ ਜਾਣਕਾਰੀ ਹੋਰ ਦੁਖਦਾਈ ਜਿਹੜੀ ਬਣਦੀ ਹੈ ਕਿ ਪਿਛਲੇ 2 ਦਿਨਾਂ ਦੇ ਵਿੱਚ ਪੰਜਾਬ ਦੇ 3 ਕਿਸਾਨਾਂ ਨੇ ਇਸ ਕਰਕੇ ਖੁਦਕੁਸ਼ੀ ਕੀਤੀ ਹੈ ਕਿਉਂਕਿ ਉਹਨਾਂ ਦੀ ਕਣਕ ਦਾ ਝਾੜ ਘੱਟ ਨਿਕਲਿਆ। ਕਿਸਾਨ ਨੂੰ ਆਸ ਹੁੰਦੀ ਹੈ ਸਾਲ ਦੇ ਵਿੱਚ 2 ਵਾਰੀ ਕਿ ਕਣਕ ਦੀ ਕਿਸ ਤਰੀਕੇ ਦੀ ਸਥਿਤੀ ਹੈ ਅਤੇ ਝੋਨੇ ਦਾ ਝਾੜ ਕਿਹੋ ਜਿਹਾ, ਜਾਂ ਨਰਮੇ ਦਾ ਝਾੜ ਕਿਹੋ ਜਿਹਾ, ਜਾਂ ਜਿਹੜੀ ਵੀ ਫਸਲ ਬੀਜੀ ਜਾਂਦੀ ਆ ਉਹਦੀ ਕਿਸ ਤਰੀਕੇ ਦੇ ਨਾਲ ਆਰਥਿਕਤਾ ਦੇ ਨਾਲ ਸੰਬੰਧਿਤ ਜਾਣਕਾਰੀ ਸਾਹਮਣੇ ਆਊਗੀ। ਸੋ ਜੇਕਰ ਝਾੜ ਘਟਦਾ ਕਿਸੇ ਵੀ ਫਸਲ ਦਾ ਤਾਂ ਕਿਸਾਨੀ ਨੂੰ ਬਹੁਤ ਵੱਡਾ ਝਟਕਾ ਲੱਗਦਾ। ਅਤੇ ਜਦੋਂ ਹੁਣ 3 ਕਿਸਾਨ ਕੂਚ ਕਰ ਗਏ ਜਹਾਨੋਂ, ਤਾਂ ਬੇਨਤੀ ਸਾਡੀ ਹੱਥ ਜੋੜ ਕੇ ਸਮੂਹ ਕਿਸਾਨੀ ਨੂੰ ਕਰਨੀ ਬਣਦੀ ਹੈ ਕਿ ਭਾਈ ਇੱਦਾਂ ਨਾ ਕਰੋ। ਹਾਲਾਂਕਿ ਅਸੀਂ ਸਮਝਦੇ ਹਾਂ ਤੁਹਾਡੀ ਪੀੜ ਨੂੰ, ਪਰ ਜਦੋਂ ਅਸੀਂ ਆਪ ਜਹਾਨੋਂ ਕੂਚ ਕਰ ਜਾਂਦੇ ਹਾਂ, ਆਪ ਅਸੀਂ ਫਾਹਾ ਲੈ ਲੈਂਦੇ ਹਾਂ ਜਾਂ ਕੁਝ ਵੀ ਕਰਦੇ ਹਾਂ, ਤਾਂ ਸਾਡੇ ਵਾਲੀ ਪੰਜਾਲੀ ਟੱਬਰ ਦੇ ਬਾਕੀ ਜੀਆਂ ਦੇ ਗਲ ਦੇ ਵਿੱਚ ਪੈ ਜਾਂਦੀ ਹੈ। ਫਿਰ ਉਹਨਾਂ ਨੂੰ ਲੋਕ ਆ ਜਿਹੜੇ ਉਹ ਪਰੇਸ਼ਾਨ ਕਰਦੇ ਵੀ ਭਾਈ ਸਾਡੇ ਪੈਸੇ ਦਿਓ, ਸਾਡਾ ਕਰਜ਼ਾ ਮੋੜੋ। ਸੋ ਇਸ ਕਰਕੇ ਜ਼ਿੰਦਗੀ ਸੰਘਰਸ਼ ਦਾ ਨਾਂ, ਮੁਸ਼ਕਿਲ ਹਾਲਾਤ ਨਾਲ ਮੱਥਾ ਲਾਉਣ ਦਾ ਨਾਂ, ਅਤੇ ਕਾਮਯਾਬੀ ਹਾਸਲ ਕਰਨ ਦੇ ਲਈ ਬੰਦਾ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਲੇਖੇ ਲਾ ਦਿੰਦਾ। ਸੋ ਮਾਣ ਆ ਸਾਨੂੰ ਆਪਣੇ ਦੇਸ਼ ਦੀ, ਸੂਬੇ ਦੀ ਕਿਸਾਨੀ ਦੇ ਉੱਤੇ। ਪਰ ਖੁਦਕੁਸ਼ੀਆਂ ਦੀ ਖੇਤੀ ਤੋਂ ਬਚਣਾ ਚਾਹੀਦਾ। ਜਿਹੜੀਆਂ ਆਹ 2 ਦਿਨਾਂ ਦੇ ਵਿੱਚ 3 ਖੁਦਕੁਸ਼ੀਆਂ ਦੀਆਂ ਖਬਰਾਂ ਆਈਆਂ, ਇਹਨਾਂ ਨੇ ਝੰਜੋੜ ਕੇ ਸਭ ਨੂੰ ਰੱਖ ਦਿੱਤਾ। ਪਰ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਵੀ ਕਿਸਾਨੀ ਦੀ ਮੁਸ਼ਕਿਲ ਨਾਲ ਸੰਬੰਧਿਤ ਹੈ। ਖੇਤੀ ਵਿਕਾਸ ਬੈਂਕਾਂ ਦੇ ਵੱਲੋਂ ਡਿਫਾਲਟਰ ਐਲਾਨੇ ਗਏ ਆ ਪੰਜਾਬ ਦੇ ਹਜ਼ਾਰਾਂ ਹੀ ਕਿਸਾਨ। ਖੇਤੀ ਵਿਕਾਸ ਬੈਂਕਾਂ ਜਿਹੜੀਆਂ, ਉਹਨਾਂ ਦੇ ਕੋਲੋਂ ਕਿਸਾਨਾਂ ਨੇ ਖੇਤੀਬਾੜੀ ਲਈ ਅਤੇ ਗੈਰ ਖੇਤੀ ਦੇ ਕੰਮਾਂ ਦੇ ਲਈ ਕਰਜ਼ੇ ਲਏ ਆ ਬਹੁਤ ਵੱਡੇ ਪੱਧਰ ਦੇ ਉੱਤੇ। ਹਜ਼ਾਰਾਂ ਕਰੋੜ ਰੁਪਈਆ ਜਿਹੜਾ ਕਿਸਾਨਾਂ ਦੇ ਕੋਲੋਂ ਖੇਤੀ ਵਿਕਾਸ ਬੈਂਕਾਂ ਨੇ ਵਸੂਲ ਕਰਨਾ, ਪਰ ਕਿਸਾਨ ਵੱਖ-ਵੱਖ ਕਾਰਨਾਂ ਦੇ ਕਰਕੇ ਇਹ ਪੈਸਾ ਹਾਲੇ ਤੱਕ ਮੋੜ ਨਹੀਂ ਸਕੇ। ਕਿਸਾਨਾਂ ਨੂੰ ਇਸ ਗੱਲ ਦੀ ਆਸ ਹੁੰਦੀ ਹੈ ਕਿ ਸਾਡੀ ਕਰਜ਼ਾ ਮਾਫੀ ਹੋ ਜਾਣੀ ਹੈ। ਸਰਕਾਰਾਂ ਇਸ ਗੱਲ ਦਾ ਵਾਅਦਾ ਕਰਦੀਆਂ ਕਿ ਸਾਡੀ ਕਰਜ਼ਾ ਮਾਫੀ ਹੋ ਹੀ ਜਾਊਗੀ, ਕਿਉਂਕਿ ਸਰਕਾਰਾਂ ਕਹਿੰਦੀਆਂ ਕਿ ਅਸੀਂ ਕਿਸਾਨੀ ਦੇ ਬਹੁਤ ਵੱਡੇ ਹਮਦਰਦ ਹਾਂ। ਪਰ ਹੁਣ ਜਦੋਂ ਕਿਸਾਨਾਂ ਨੂੰ ਨੋਟਿਸ ਜਾਰੀ ਹੋਣ ਲੱਗ ਪਏ ਆ, ਕਿਸਾਨਾਂ ਦੀ ਫੜੋ ਫੜੀ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ, ਕਿਸਾਨਾਂ ਦੀ ਗ੍ਰਿਫਤਾਰੀ ਦੀ ਜਿਹੜੀ ਨੌਬਤ ਆ ਚੁੱਕੀ ਹੈ। ਹਾਲਾਂਕਿ ਹਾਲੇ ਤੱਕ ਕਿਸੇ ਕਿਸਾਨ ਨੂੰ ਜੇਲ੍ਹ ਤਾਂ ਨਹੀਂ ਭੇਜਿਆ ਗਿਆ, ਪਰ ਅਨੇਕਾਂ ਕਿਸਾਨਾਂ ਨੂੰ ਹੁਣ ਤੱਕ ਨੋਟਿਸ ਆ ਚੁੱਕੇ ਆ। ਅਤੇ ਕੁਝ ਕਿਸਾਨਾਂ ਨੇ ਇਹ ਗੱਲ ਲਿਖ ਕੇ ਵੀ ਦਿੱਤੀ ਹੈ ਜੀ ਕਿ ਅਸੀਂ ਇੰਨੇ ਹਫ਼ਤਿਆਂ ਦੇ ਵਿੱਚ ਜਾਂ ਇੰਨੇ ਮਹੀਨਿਆਂ ਦੇ ਵਿੱਚ ਆਪਣਾ ਪੈਸਾ ਜਿਹੜਾ ਉਹ ਜਮ੍ਹਾਂ ਕਰਵਾ ਦਿਆਂਗੇ, ਜਾਂ ਜਿੰਨੀਆਂ ਕਿਸ਼ਤਾਂ ਬਣਾਓਗੇ ਉਹਦੇ ਹਿਸਾਬ ਨਾਲ ਪੈਸਾ ਜਮ੍ਹਾਂ ਕਰਵਾ ਦਿਆਂਗੇ। ਤਾਂ ਗ੍ਰਿਫਤਾਰੀ ਦੇ ਉੱਤੇ ਤਾਂ ਰੋਕ ਲੱਗ ਗਈ ਹੈ, ਪਰ ਸਵਾਲ ਹੁਣ ਇਹ ਪੈਦਾ ਹੋਣ ਲੱਗ ਪਿਆ ਕਿ ਭਗਵੰਤ ਮਾਨ ਦੀ ਸਰਕਾਰ ਹੈ ਜੋ, ਇਹਦੇ ਵੱਲੋਂ ਕੀ ਕਿਸਾਨਾਂ ਦੀ ਫੜੋ ਫੜੀ ਦਾ ਸਿਲਸਿਲਾ ਜਾਰੀ ਰਖਵਾਇਆ ਜਾਊਗਾ? ਕੀ ਬੈਂਕਾਂ ਦੇ ਵੱਲੋਂ ਡਿਫਾਲਟਰ ਕਰਾਰ ਦਿੱਤੇ ਗਏ ਕਿਸਾਨ ਆਉਂਦੇ ਸਮੇਂ ਦੇ ਵਿੱਚ ਸੰਘਰਸ਼ ਦੇ ਰਾਹ ਦੇ ਉੱਤੇ ਤੁਰਨਗੇ? ਕਿਉਂਕਿ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਕਿ ਜੇਕਰ ਕਿਸਾਨਾਂ ਨੂੰ ਫੜਿਆ ਤਾਂ ਫਿਰ ਅਸੀਂ ਸੜਕਾਂ ਦੇ ਉੱਤੇ ਨਿੱਤਰ ਆਵਾਂਗੇ। ਭਗਵੰਤ ਮਾਨ ਦੇ ਵੱਲੋਂ ਇਸ ਮੁਤਲਕ ਹਾਲੇ ਤੱਕ ਉੱਤਰ ਕੋਈ ਨਹੀਂ ਦਿੱਤਾ ਗਿਆ, ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕਿਸਾਨਾਂ ਦੀ ਫੜੋ ਫੜੀ ਨਹੀਂ ਹੋਵੇਗੀ। ਪਰ ਜਿੰਨੀ ਕੁ ਜਾਣਕਾਰੀ ਮੈਂ ਇਕੱਤਰ ਕੀਤੀ ਹੈ ਉਹ ਇਹ ਹੈ ਕਿ ਕਰਜ਼ਾ ਮਾਫੀ ਸਕੀਮ ਦੇ ਵਿੱਚ ਖੇਤੀ ਵਿਕਾਸ ਬੈਂਕਾਂ ਦਾ ਕਰਜ਼ਾ ਨਹੀਂ ਆਉਂਦਾ। ਬਾਕੀ ਜਿਹੜੇ ਆ ਉਹ ਕਰਜ਼ੇ ਉਹ ਆ ਜਾਂਦੇ ਆ। ਸਰਕਾਰਾਂ ਦੇ ਵੱਲੋਂ ਬਹੁਤ ਗੱਲਾਂ ਕਹੀਆਂ ਜਾਂਦੀਆਂ ਕਿ ਅਸੀਂ ਆਹ ਵੀ ਕਰਜ਼ਾ ਮਾਫ ਕਰ ਦਿਆਂਗੇ, ਆਹ ਵੀ ਕਰ ਦਿਆਂਗੇ, ਆਹ ਵੀ ਕਰ ਦਿਆਂਗੇ, ਪਰ ਖੇਤੀ ਵਿਕਾਸ ਬੈਂਕਾਂ ਦੇ ਕਰਜ਼ ਉਸ ਕਰਜ਼ਾ ਮਾਫੀ ਯੋਜਨਾ ਦੇ ਅਧੀਨ ਨਹੀਂ ਆਉਂਦੇ, ਜਿਹਦੇ ਕਰਕੇ ਕਿਸਾਨਾਂ ਨੂੰ ਇਹ ਕਰਜ਼ੇ ਮੋੜਨੇ ਹੀ ਪੈਣੇ ਆ। ਕਿਸੇ ਕਿਸਾਨ ਦੇ ਸਿਰ ਦੇ ਉੱਤੇ 10 ਲੱਖ ਰੁਪਏ ਦਾ ਕਰਜ਼ਾ, ਕਿਸੇ ਦੇ ਉੱਤੇ 15 ਲੱਖ ਦਾ ਕਰਜ਼ਾ, ਸ਼ਾਇਦ ਕਿਸੇ ਦੇ ਉੱਤੇ ਇਸ ਤੋਂ ਵੀ ਵੱਧ ਹੋਵੇ। 2 ਤੋਂ ਲੈ ਕੇ 5 ਲੱਖ ਰੁਪਏ ਦੇ ਕਰਜ਼ੇ ਵਾਲੇ ਕਿਸਾਨਾਂ ਦੀ ਗਿਣਤੀ ਤਾਂ ਹਜ਼ਾਰਾਂ ਦੇ ਵਿੱਚ ਹੀ ਹੈ। ਸੋ ਪੰਜਾਬ ਦੀ ਕਿਸਾਨੀ ਜਿਹਨੂੰ ਐਤਕੀ ਝਾੜ ਘੱਟ ਹੋਣ ਦੀ ਬਿਮਾਰ ਪਈ ਹੈ, ਪੰਜਾਬ ਦੀ ਕਿਸਾਨੀ ਜਿਹੜੀ ਕਿ ਪਹਿਲਾਂ ਡੁੱਬੀ ਪਈ ਹੈ, ਉਹ ਪੰਜਾਬ ਦੀ ਕਿਸਾਨੀ ਕਿਵੇਂ ਆਪਣੀਆਂ ਹਿੱਸੇ ਆਉਂਦੀਆਂ ਕਿਸ਼ਤਾਂ ਖੇਤੀ ਵਿਕਾਸ ਬੈਂਕ ਨੂੰ ਮੋੜੂ, ਇਹਦੇ ਵੱਲ ਸਭ ਦਾ ਧਿਆਨ ਟਿਕਿਆ ਰਹਿਣਾ। ਪਰ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਪਾਉਣਾ ਸ਼ੁਰੂ ਕੀਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੁਣ ਤੁਸੀਂ ਕਿਸਾਨਾਂ ਨੂੰ ਮਾਰਨ 'ਤੇ ਵੀ ਤੁਲ ਪਏ ਆ।
ਉਹਨਾਂ ਦੇ ਵੱਲੋਂ ਇਹ ਗੱਲ ਕਹੀ ਹੈ ਕਿ ਤੁਸੀਂ ਹੁਣ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਨ ਤੇ ਤੁਰ ਪਏ ਆ। ਹਾਲਾਂਕਿ ਮੇਰੀ ਨਿੱਜੀ ਤੌਰ ਦੇ ਉੱਤੇ ਸੋਚ ਇਹ ਹੈ ਕਿ ਜੇਕਰ ਬਾਕੀ ਕਾਰੋਬਾਰਾਂ ਵਾਲੇ ਲੋਕ ਕਰਜ਼ਾ ਲੈ ਕੇ ਤੇ ਕਰਜ਼ਾ ਮੋੜਦੇ ਆ ਤਾਂ ਮੋੜਨਾ ਸਭ ਨੂੰ ਚਾਹੀਦਾ, ਕਿਸਾਨ ਨੂੰ ਵੀ ਮੋੜਨਾ ਚਾਹੀਦਾ। ਪਰ ਹੁਣ ਜਦੋਂ ਇੱਕੋ ਚੀਜ਼ ਦੇ ਉੱਤੇ ਨਿਰਭਰਤਾ ਹੁੰਦੀ ਹੈ ਕਿ ਸਾਡੀ ਫਸਲ ਆਊਗੀ ਅਸੀਂ ਕਰਜ਼ਾ ਮੋੜਾਂਗੇ ਤੇ ਫਸਲ ਐਨ ਮੌਕੇ ਦੇ ਉੱਤੇ ਆ ਕੇ ਮਰ ਜਾਂਦੀ ਹੈ ਜਾਂ ਉਹਦਾ ਸਹੀ ਭਾਅ ਨਹੀਂ ਮਿਲਦਾ ਜਾਂ ਫਿਰ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋ ਜਾਂਦਾ ਕਿਸਾਨ, ਤੇ ਉਸ ਤੋਂ ਬਾਅਦ ਬੰਦਾ ਕਰਜ਼ਾ ਮੋੜੂਗਾ ਕਿਵੇਂ? ਹੁਣ ਸਵਾਲਾਂ ਦਾ ਸਵਾਲ ਇਹ ਵੀ ਹੈ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਕਈ ਵਰ੍ਹਿਆਂ ਮਗਰੋਂ ਕਰਜ਼ਾਈ ਕਿਸਾਨਾਂ ਉੱਤੇ ਖੇਤੀ ਵਿਕਾਸ ਬੈਂਕਾਂ ਦੀ ਸਖਤੀ ਹੋਈ ਹੈ। ਐਤਕੀ ਕਣਕ ਦੇ ਘਟੇ ਝਾੜ ਦੇ ਕਰਕੇ ਕਿਸਾਨ ਪਹਿਲਾਂ ਹੀ ਪਰੇਸ਼ਾਨੀ ਵਿੱਚ ਨੇ। ਖੇਤੀ ਵਿਕਾਸ ਬੈਂਕਾਂ ਤੋਂ ਕਿਸਾਨਾਂ ਨੇ ਖੇਤੀ ਤੇ ਗੈਰ ਖੇਤੀ ਕੰਮਾਂ ਦੇ ਲਈ ਕਰਜ਼ੇ ਲਏ ਹੋਏ ਨੇ। ਕਰਜ਼ਾ ਮਾਫੀ ਦੀ ਝਾਕ ਦੇ ਵਿੱਚ ਕਿਸਾਨ ਕਰਜ਼ੇ ਦੀ ਪੰਡ ਭਾਰੀ ਕਰ ਬੈਠੇ, ਜਦੋਂ ਕਿ ਖੇਤੀ ਵਿਕਾਸ ਬੈਂਕ ਕਰਜ਼ਾ ਮਾਫੀ ਸਕੀਮ ਦੇ ਦਾਇਰੇ ਵਿੱਚ ਨਹੀਂ ਆਉਂਦੇ। ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਤਕਰੀਬਨ 500 ਕਿਸਾਨਾਂ ਦੇ ਗ੍ਰਿਫਤਾਰੀ ਵਾਰੰਟ ਤਿਆਰ ਕੀਤੇ ਗਏ ਨੇ, ਜਿਨ੍ਹਾਂ ਵਿੱਚੋਂ ਕੁਝ ਨਵੇਂ ਨੇ ਤੇ ਕਾਫੀ ਪੁਰਾਣੇ ਵਾਰੰਟ ਵੀ ਰੀਨਿਊ ਕੀਤੇ ਗਏ ਨੇ। ਖੇਤੀ ਵਿਕਾਸ ਬੈਂਕ ਫਿਰੋਜ਼ਪੁਰ ਨੇ ਗ੍ਰਿਫਤਾਰੀ ਵਾਰੰਟ ਦੇ ਆਧਾਰ ਦੇ ਉੱਤੇ ਬਸਤੀ ਰਾਮਵਾੜਾ ਦੇ ਕਿਸਾਨ ਬਖਸ਼ੀਸ਼ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਦੇ ਸਿਰ 11 ਲੱਖ ਰੁਪਏ ਦਾ ਕਰਜ਼ਾ ਸੀ। ਸਹਾਇਕ ਰਜਿਸਟਰਾਰ ਫਿਰੋਜ਼ਪੁਰ ਸਰਵਰਜੀਤ ਸਿੰਘ ਨੇ ਕਿਹਾ ਕਿ ਬਖਸ਼ੀਸ਼ ਸਿੰਘ ਨੇ ਲਿਖਤੀ ਬਿਆਨ ਦੇ ਕੇ 1 ਮਹੀਨੇ ਦੇ ਅੰਦਰ ਵਸੂਲੀ ਦੇਣ ਦਾ ਵਾਅਦਾ ਕੀਤਾ ਹੈ, ਜਿਸ ਕਰਕੇ ਉਸ ਨੂੰ ਘਰ ਵਾਪਸ ਭੇਜ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਤਕਰੀਬਨ 250 ਗ੍ਰਿਫਤਾਰੀ ਵਾਰੰਟ ਐਤਕੀ ਤਿਆਰ ਕੀਤੇ ਗਏ ਨੇ। ਖੇਤੀ ਵਿਕਾਸ ਬੈਂਕ ਜਲਾਲਾਬਾਦ ਦੇ ਵੱਲੋਂ ਵੀ ਤਕਰੀਬਨ 400 ਗ੍ਰਿਫਤਾਰੀ ਵਾਰੰਟ ਤਿਆਰ ਕੀਤੇ ਗਏ ਨੇ, ਜਿਹਦੇ ਵਿੱਚੋਂ 183 ਨਵੇਂ ਵਾਰੰਟ ਸ਼ਾਮਲ ਨੇ। ਖੇਤੀ ਵਿਕਾਸ ਬੈਂਕ ਜਲਾਲਾਬਾਦ ਨੇ ਪਿੰਡ ਕਾਹਨੇਵਾਲਾ ਦੇ ਕਿਸਾਨ ਸੋਮਨਾਥ ਨੂੰ 12 ਲੱਖ ਰੁਪਏ ਦੇ ਕਰਜ਼ੇ ਤਹਿਤ ਗ੍ਰਿਫਤਾਰ ਕੀਤਾ ਸੀ। ਸਹਾਇਕ ਰਜਿਸਟਰਾਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸੋਮਨਾਥ ਨੇ 6 ਲੱਖ ਤੇ 27,000 ਰੁਪਏ ਦੀ ਵਸੂਲੀ ਦੇ ਦਿੱਤੀ ਹੈ, ਜਿਸ ਕਰਕੇ ਉਹਨੂੰ ਵਾਪਸ ਘਰ ਭੇਜ ਦਿੱਤਾ ਗਿਆ। ਵੇਰਵਿਆਂ ਮੁਤਾਬਕ ਗੁਰੂ ਹਰਸਹਾਏ ਦੇ ਖੇਤੀ ਵਿਕਾਸ ਬੈਂਕ ਵੱਲੋਂ ਤਕਰੀਬਨ 200 ਕਰਜ਼ਈ ਕਿਸਾਨਾਂ ਤੇ ਫਾਜ਼ਿਲਕਾ ਦੇ ਖੇਤੀ ਵਿਕਾਸ ਬੈਂਕ ਦੇ ਵੱਲੋਂ ਕਰੀਬ 200 ਗ੍ਰਿਫਤਾਰੀ ਵਾਰੰਟ ਤਿਆਰ ਕੀਤੇ ਗਏ ਨੇ। ਜ਼ਿਲ੍ਹਾ ਬਠਿੰਡਾ ਦੇ ਵਿੱਚ ਵੀ ਗ੍ਰਿਫਤਾਰੀ ਵਾਰੰਟ ਤਿਆਰ ਹੋਏ ਨੇ, ਪਰ ਉਹਨਾਂ ਦੇ ਅੰਕੜੇ ਹਾਲੇ ਆਉਣੇ ਬਾਕੀ ਨੇ। ਜ਼ਿਲ੍ਹਾ ਮਾਨਸਾ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਅੰਦਾਜ਼ਨ 200 ਗ੍ਰਿਫਤਾਰੀ ਵਾਰੰਟ ਤਿਆਰ ਹੋਏ ਨੇ, ਜੋ ਸਿਰਫ ਕਿਸਾਨਾਂ ਨੂੰ ਸਖਤ ਸੁਨੇਹਾ ਦੇਣ ਦੇ ਲਈ ਨੇ। ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਖੇਤੀ ਵਿਕਾਸ ਬੈਂਕ ਡੀ ਕੈਟਾਗਰੀ ਦੇ ਵਿੱਚ ਨੇ ਤੇ ਨਵਾਂ ਕਰਜ਼ਾ ਦੇਣ ਦੀ ਇਹਨਾਂ ਬੈਂਕਾਂ ਦੇ ਵਿੱਚ ਪਹੁੰਚ ਨਹੀਂ ਰਹੀ। ਪਤਾ ਲੱਗਾ ਕਿ ਬਰਨਾਲਾ, ਫਰੀਦਕੋਟ ਤੇ ਮੋਗਾ ਜ਼ਿਲ੍ਹੇ ਦੇ ਵਿੱਚ ਵੀ ਇਹ ਕਾਰਵਾਈ ਚੱਲ ਰਹੀ ਹੈ। ਖੇਤੀ ਵਿਕਾਸ ਬੈਂਕਾਂ ਨੇ ਐਤਕੀ 71,000 ਕਿਸਾਨਾਂ ਤੋਂ 3200 ਕਰੋੜ ਰੁਪਈਆ ਵਸੂਲ ਕਰਨਾ ਹੈ। ਇਹਦੇ ਵਿੱਚੋਂ 60,000 ਕਿਸਾਨ ਡਿਫਾਲਟਰ ਨੇ, ਜਿਨ੍ਹਾਂ ਵੱਲ 2300 ਕਰੋੜ ਰੁਪਈਏ ਦਾ ਕਰਜ਼ਾ ਖੜਾ। ਮਾਲਵਾ ਖਿੱਤੇ ਵਿੱਚ ਪੋਜੀਸ਼ਨ ਕਾਫੀ ਖਰਾਬ ਹੈ, ਜਿੱਥੇ ਫਿਰੋਜ਼ਪੁਰ ਡਿਵੀਜ਼ਨ ਦੇ ਵਿੱਚ 30,000 ਡਿਫਾਲਟਰ ਨੇ, ਜਿਨ੍ਹਾਂ ਦੇ ਕੋਲੋਂ 1150 ਕਰੋੜ ਰੁਪਏ ਦੀ ਵਸੂਲੀ ਕੀਤੀ ਜਾਣੀ ਹੈ। ਪਿਛਲੇ ਸਾਉਣੀ ਸੀਜ਼ਨ ਵਿੱਚ ਬੈਂਕਾਂ ਨੂੰ ਸਿਰਫ 200 ਕਰੋੜ ਰੁਪਏ ਦੀ ਵਸੂਲੀ ਆਈ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪੰਜਾਬੀ ਟ੍ਰਿਬਿਊਨ ਦੇ ਵੱਲੋਂ ਜਿਹੜੀ ਇਹ ਰਿਪੋਰਟ ਪੇਸ਼ ਕੀਤੀ ਗਈ ਹੈ ਤੇ ਮੀਡੀਆ ਦੇ ਬਾਕੀ ਵੱਖ-ਵੱਖ ਹਿੱਸਿਆਂ ਦੇ ਵੱਲੋਂ ਵੀ ਇਹ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੰਜਾਬ ਦੀ ਕਿਸਾਨੀ ਦੇ ਸਿਰ ਖੇਤੀ ਵਿਕਾਸ ਬੈਂਕਾਂ ਦਾ ਕਿੰਨਾ ਵੱਡਾ ਕਰਜ਼ਾ ਖੜਾ ਹੈ। ਕਿੰਨੇ ਕੁ ਕਿਸਾਨਾਂ ਨੇ ਇਹ ਕਰਜ਼ਾ ਮੋੜ ਦਿੱਤਾ ਹੈ, ਕਿੰਨੇ ਕਿਸਾਨ ਡਿਫਾਲਟਰ ਹੈ, ਕੀ ਆਉਂਦੇ ਸਮੇਂ ਦੇ ਵਿੱਚ ਕਾਰਵਾਈ ਹੋ ਸਕਦੀ ਹੈ, ਕਿਵੇਂ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾ ਰਹੇ ਆ। ਇਹ ਸਾਰੀਆਂ ਗੱਲਾਂ ਇਹ ਦੱਸਣ ਦੇ ਲਈ ਕਾਫੀ ਹੈ ਕਿ ਸਿਰਫ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੇ ਨਾਲ ਜਾਂ ਬਾਂਹ ਮਰੋੜ ਕੇ ਕਰਜ਼ਾ ਵਸੂਲੀ ਕਰਨ ਦੇ ਨਾਲ ਮਸਲੇ ਦਾ ਹੱਲ ਨਹੀਂ ਜੇ ਹੋਣ ਵਾਲਾ। ਉਹ ਕਾਰਨ ਲੱਭੇ ਜਾਣ ਤੇ ਉਹਨਾਂ ਕਾਰਨਾਂ ਦਾ ਹੱਲ ਕੱਢਿਆ ਜਾਵੇ ਜਿਹਦੇ ਕਰਕੇ ਕਿਸਾਨੀ ਦੇ ਸਿਰ ਤੇ ਕਰਜ਼ਾ ਚੜ੍ਹਦਾ। ਮੈਂ ਅੱਗੇ ਵੀ ਬਹੁਤ ਵਾਰ ਬੇਨਤੀ ਕੀਤੀ ਇਸ ਪ੍ਰੋਗਰਾਮ ਦੇ ਵਿੱਚ, ਸਿਰਫ ਇਹ ਕਹਿ ਦੇਣਾ ਕਿ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਅਸੀਂ ਕਰਜ਼ਾ ਮਾਫ ਕਰਦੇ ਹਾਂ, 2 ਲੱਖ ਤੋਂ ਘੱਟ ਦਾ ਕਰਜ਼ਾ ਅਸੀਂ ਮਾਫ ਕਰਾਂਗੇ, ਇਹ ਮਸਲੇ ਦਾ ਹੱਲ ਨਹੀਂ ਹੈ। ਇਹ ਵੋਟਾਂ ਦਾ ਹੱਲ ਹੋ ਸਕਦਾ, ਪਰ ਇਹ ਮਸਲੇ ਦਾ ਹੱਲ ਕਦੇ ਵੀ ਨਹੀਂ ਹੋਇਆ। ਉਹਦਾ ਕਾਰਨ ਇਹ ਹੈ ਕਿ ਅੱਜ ਮੰਨ ਲਓ ਮੇਰੇ ਸਿਰ 2 ਲੱਖ ਰੁਪਏ ਦਾ ਕਰਜ਼ਾ ਤੇ ਤੁਸੀਂ ਮੇਰਾ ਇਹ ਕਰਜ਼ਾ ਸਰਕਾਰ ਨੇ ਕਿਸੇ ਨੇ ਮਾਫ ਕਰਤਾ, ਪਰ ਜਦੋਂ ਸਾਰੇ ਸਾਧਨ ਉਹ ਆ, ਮਹਿੰਗਾਈ ਹੋ ਰਹੀ ਆ, ਡੀਜ਼ਲ ਮਹਿੰਗਾ ਹੋ ਰਿਹਾ, ਬੀਜ ਮਹਿੰਗਾ ਹੋ ਰਿਹਾ, ਰੇਹਾਂ ਸਪਰੇਆਂ ਮਹਿੰਗੀਆਂ ਹੋ ਰਹੀਆਂ, ਜ਼ਮੀਨ ਦੇ ਠੇਕੇ ਮਹਿੰਗੇ ਹੋ ਰਹੇ ਆ, ਮਜ਼ਦੂਰੀ ਮਹਿੰਗੀ ਹੋ ਰਹੀ ਆ ਤੇ ਫਸਲ ਦੇ ਭਾਅ ਦੇ ਵਿੱਚ ਮਾਮੂਲੀ ਜਿਹੀ ਵਾਧਾ ਹੁੰਦਾ ਉਹ ਵੀ ਨਾ ਮਾਤਰ, ਕੁਦਰਤ ਦੀ ਕਰੋਪੀ ਉਵੇਂ ਹੀ ਆ, ਸ਼ਾਹੂਕਾਰਾਂ ਦਾ ਕਰਜ਼ਾ ਫਿਰ ਸਿਰ ਦੇ ਉੱਤੇ ਚੜ੍ਹੀ ਜਾਂਦਾ, ਤਾਂ ਇਹੀ ਕਰਜ਼ਾ 2-3 ਸਾਲਾਂ ਤੱਕ ਫਿਰ 2-3 ਲੱਖ ਰੁਪਈਆ ਹੋ ਜਾਊਗਾ। ਸੋ ਮਤਲਬ ਇਹ ਆ ਕਿ ਜੇਕਰ ਅਸੀਂ ਫਸਲ ਨੂੰ ਮੁਨਾਫੇਬੰਦੀ ਕਰੀਏ, ਜੇਕਰ ਅਸੀਂ ਫਸਲਾਂ ਦਾ ਬੀਮਾ ਕਰੀਏ, ਜੇਕਰ ਸਾਡਾ ਜਿਹੜਾ ਸੰਦ ਪੈੜਾ ਉਹ ਸਸਤਾ ਕੀਤਾ ਜਾਵੇ, ਜੇਕਰ ਕਿਸਾਨੀ ਦੇ ਉੱਤੇ ਆਉਣ ਵਾਲੇ ਖਰਚੇ ਆ ਜਿਹੜੇ ਉਹਨਾਂ ਨੂੰ ਸੀਮਿਤ ਤਰੀਕੇ ਦੇ ਨਾਲ ਥੱਲੇ ਰੱਖਿਆ ਜਾਵੇ ਤੇ ਮੁਨਾਫਾ ਵੱਧ ਹੋਵੇ, ਤਾਂ ਕਿਸਾਨੀ ਆ ਜਿਹੜੀ ਉਹ ਕਰਜ਼ੇ ਦੇ ਵਿੱਚੋਂ ਬਾਹਰ ਨਿਕਲ ਸਕਦੀ ਹੈ। ਨਹੀਂ ਤਾਂ ਚੋਗਾ ਪਾਉਣ ਵਾਲੀ ਇਹ ਗੱਲ ਹੈ ਕਿ ਅੱਜ ਕਿਸਾਨਾਂ ਨੂੰ ਅਸੀਂ ਇੰਨਾ ਕੁ ਚੋਗਾ ਪਾ ਦਿੰਦੇ ਹਾਂ, ਭਲਕ ਨੂੰ ਅਸੀਂ ਇੰਨਾ ਕੁ ਪਾ ਦਿਆਂਗੇ, ਫਿਰ ਅਸੀਂ ਇੰਨਾ ਕੁ ਪਾ ਦਿਆਂਗੇ, ਇਹਦੇ ਨਾਲ ਸਾਡੀਆਂ ਵੋਟਾਂ ਬਚੀਆਂ ਰਹਿਣਗੀਆਂ। ਆਉਂਦੇ ਸਮੇਂ ਦੇ ਵਿੱਚ ਪੰਜਾਬ ਦੀ ਕਿਸਾਨੀ ਸੰਘਰਸ਼ ਦੇ ਰਾਹ ਦੇ ਉੱਤੇ ਤੁਰਨ ਦੀ ਆਸ ਹੈ। ਖੇਤੀ ਵਿਕਾਸ ਬੈਂਕ ਦਾ ਕਰਜ਼ਾ ਸਿਰਫ ਇੱਕ ਕਿਸਮ ਦਾ ਕਰਜ਼ਾ, ਬਾਕੀ ਵੀ ਬੈਂਕਾਂ ਦਾ ਕਰਜ਼ਾ ਬੇਹੱਦ ਹੈ।
ਉਸ ਕਰਜ਼ੇ ਨੂੰ ਲਾਉਣਾ ਵੀ ਕਿਸਾਨੀ ਦੇ ਵੱਸ ਦੀ ਗੱਲ ਨਹੀਂ। ਤੇ ਸਾਡੀ ਕਿਸਾਨਾਂ ਨੂੰ ਵੀ ਬੇਨਤੀ ਹੈ ਕਿ ਜਿਹੜੇ ਕੰਮ ਦੇ ਲਈ ਅਸੀਂ ਕਰਜ਼ਾ ਲੈਂਦੇ ਆ ਉਹਨੂੰ ਉਸ ਕੰਮ ਦੇ ਉੱਤੇ ਖਰਚ ਕੀਤਾ ਜਾਵੇ। ਬਹੁਤ ਸਾਰੇ ਕਿਸਾਨਾਂ ਦੇ ਨਾਲ ਸਾਡੀ ਗੱਲ ਹੁੰਦੀ ਹੈ, ਉਹ ਕਹਿੰਦੇ ਜੀ ਕਰਜ਼ਾ ਲਿਆ ਸੀਗਾ ਫਲਾਣੇ ਕੰਮ ਨੂੰ ਪਰ ਪਾ ਲਿਆ ਅਸੀਂ ਚੁਬਾਰਾ, ਕਰਜ਼ਾ ਲਿਆ ਸੀ ਫਲਾਣੇ ਕੰਮ ਨੂੰ ਪਰ ਕੀਤਾ ਅਸੀਂ ਧੀ ਪੁੱਤ ਦਾ ਵਿਆਹ। ਸੋ ਇਹਨਾਂ ਗੱਲਾਂ ਤੋਂ ਵੀ ਗੁਰੇਜ਼ ਕਰਨਾ ਚਾਹੀਦਾ। ਆਪਾਂ ਨੂੰ ਖਰਚੇ ਘਟਾਉਣੇ ਪੈਣਗੇ, ਬੇਲੋੜੇ ਖਰਚੇ ਬਿਲਕੁਲ ਘਟਾਉਣੇ ਪੈਣਗੇ। ਜੰਮਣੇ ਮਰਨਿਆਂ ਦੇ ਉੱਤੇ, ਵਿਆਹ ਸ਼ਾਦੀਆਂ ਦੇ ਉੱਤੇ ਇਹ ਖਰਚੇ ਘਟਾਉਣੇ ਪੈਣਗੇ। ਨੱਕ ਦੇ ਚੱਕਰ ਦੇ ਵਿੱਚ ਰਹਿਣਾ ਨਹੀਂ ਚਾਹੀਦਾ। ਪਰ ਗੱਲ ਇਹ ਹੈ ਕਿ ਕਿਸਾਨੀ ਨੂੰ ਬਚਾਉਣ ਦੇ ਲਈ ਸਰਕਾਰਾਂ ਵੀ ਉਦਮ ਕਰਨ ਤੇ ਕਿਸਾਨ ਆਪ ਵੀ ਉੱਪਰ ਉੱਠਣ ਦੀ ਕੋਸ਼ਿਸ਼ ਕਰਨ, ਤਾਂ ਮਸਲੇ ਦਾ ਹੱਲ ਹੋ ਸਕਦਾ ਹੈ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣੇ ਸਾਥੀਆਂ ਦੇ ਕਾਫਲੇ ਦੇ ਨਾਲ ਲੰਘੇ ਕੱਲ੍ਹ ਬਨਵਾਰੀ ਲਾਲ ਪੁਰੋਹਿਤ, ਜਿਹੜੇ ਕਿ ਪੰਜਾਬ ਦੇ ਰਾਜਪਾਲ ਸਾਹਿਬ ਨੇ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਉਹਨਾਂ ਨੇ ਦੋ ਟੋਕੇ ਗੱਲ ਕਹੀ ਹੈ ਵੀ ਪੰਜਾਬ ਦੇ ਵਿੱਚ ਸਾਰਾ ਕੁਝ ਠੀਕ ਨਹੀਂ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਵਿੱਚ ਸਭ ਕੁਝ ਹੀ ਵਿਗੜ ਗਿਆ। ਉਹ ਕਹਿੰਦੇ ਪੰਜਾਬ ਦੇ ਵਿੱਚ ਹੈ ਕਿਹੜੀ ਚੀਜ਼ ਚੰਗੀ। ਉਹਨਾਂ ਨੇ ਦੋ ਟੋਕੇ ਗੱਲ ਕਹੀ ਹੈ ਮੀਡੀਆ ਦੇ ਮੂਹਰੇ ਕਿ ਭਗਵੰਤ ਮਾਨ ਦਿੱਲੀ ਵਾਲਿਆਂ ਦੀ ਰਬੜ ਦੀ ਮੁਹਰ ਬਣ ਕੇ ਰਹਿ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੇ ਵਿੱਚ ਕਤਲ ਲਗਾਤਾਰ ਹੋ ਰਹੇ ਆ, ਪੰਜਾਬ ਦੇ ਵਿੱਚ ਇਸ ਵੇਲੇ ਕਿਸਾਨੀ ਲਗਾਤਾਰ ਪਰੇਸ਼ਾਨੀ 'ਚ ਹੈ, ਬਿਜਲੀ ਦੇ ਕੱਟ ਲਗਾਤਾਰ ਲੱਗ ਰਹੇ ਆ, ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰਨ ਦੀ ਲੋੜ ਹੈਗੀ ਆ, ਤੇ ਹੋਰ ਬਹੁਤ ਸਾਰੇ ਮੁੱਦੇ ਉਹਨਾਂ ਨੇ ਗਿਣਾਏ ਆ। ਭਗਵੰਤ ਮਾਨ ਨੂੰ ਘੇਰਾ ਪਾਉਣਾ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਨਵੀਂ ਗੱਲ ਨਹੀਂ। ਹਾਲਾਂਕਿ ਅਸੀਂ ਕੋਈ ਭਗਵੰਤ ਮਾਨ ਦੀ ਤਰਫਦਾਰੀ ਨਹੀਂ ਕਰਦੇ, ਪਰ ਗੱਲ ਇਹ ਹੈ ਕਿ ਭਗਵੰਤ ਮਾਨ ਦਾ ਪਹਿਲਾ ਮਹੀਨਾ ਜਿਹੜਾ ਮੁੱਖ ਮੰਤਰੀ ਦਾ, ਉਹ ਰਲਵਾ ਮਿਲਵਾ ਰਿਹਾ। ਕਿਸੇ ਨੂੰ ਇਹ ਲੱਗਾ ਜੀ ਕਿ ਉਹਨੇ ਕਮਾਲ ਕਰਤੀ, ਕਿਸੇ ਨੂੰ ਇਹ ਲੱਗਾ ਵੀ ਉਹਨੇ ਕੁਛ ਨਹੀਂ ਕੀਤਾ। ਅਸੀਂ ਇਹ ਗੱਲ ਕਹਿੰਦੇ ਆ ਕਿ ਪਹਿਲੇ ਮਹੀਨੇ ਦੇ ਵਿੱਚ ਉਹਨੇ ਥੋੜ੍ਹੀ ਜਿਹੀ ਜਾਣਕਾਰੀ ਹਾਸਲ ਕੀਤੀ ਤੇ ਭਗਵੰਤ ਮਾਨ ਦੇ ਵੱਲੋਂ ਕੁਝ ਕੁ ਐਲਾਨ ਕੀਤੇ ਗਏ। ਉਹਦੇ ਵਿੱਚੋਂ ਕੁਝ ਐਲਾਨਾਂ ਦੇ ਉੱਤੇ ਕਿੰਤੂ ਪ੍ਰੰਤੂ ਵੀ ਹੋਈ ਹੈ, ਤੇ ਜਿਹਦੇ ਵਿੱਚ ਬਿਜਲੀ ਦੀ 600 ਯੂਨਿਟ 2 ਮਹੀਨਿਆਂ ਦੀ, ਇਹਦੇ ਉੱਤੇ ਸਭ ਤੋਂ ਵੱਧ ਚਰਚਾ ਚੱਲ ਰਹੀ ਹੈ, ਵਿਵਾਦਤ। ਤੇ ਦੂਜੀ ਗੱਲ ਇਹ ਹੈ ਜੀ ਕਿ ਜੋ ਸੁਸ਼ੀਲ ਗੁਪਤਾ ਰਾਜ ਸਭਾ ਦੇ ਮੈਂਬਰ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਦੇ ਵੱਲੋਂ ਹਰਿਆਣੇ ਦੇ ਹਰ ਖੇਤ ਨੂੰ ਪਾਣੀ ਦੇਣ ਦੀ ਗੱਲ ਕੀਤੀ ਗਈ ਹੈ SYL ਦੀ। ਇਸ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ ਕਸੂਤੀ ਘਿਰੀ ਹੈ। ਪਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਚੁੱਕੇ ਗਏ ਮੁੱਦੇ ਜੇਕਰ ਵਾਜਬ ਵੀ ਹਨ ਤਾਂ ਇਹ ਵੀ ਗੱਲ ਸੋਚਣੀ ਬਣਦੀ ਹੈ ਕਿ ਉਹ ਹੁਣ ਮੁੱਦੇ ਚੁੱਕ ਰਹੇ ਆ, ਪਰ ਰਾਜਾ ਵੜਿੰਗ ਇਸ ਵੇਲੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਆ। ਇਹ ਉਹਨਾਂ ਦਾ ਕੰਮ ਆ ਜਾਂ ਨਵਜੋਤ ਸਿੰਘ ਸਿੱਧੂ ਦਾ ਕੰਮ ਆ ਜਾਂ ਸਮੁੱਚੀ ਕਾਂਗਰਸ ਦਾ ਕੰਮ ਆ ਜਾਂ ਕਾਂਗਰਸ ਦੇ ਵਿੱਚ ਵੀ ਪਾਟੋ ਧਾੜ ਹੈ, ਇਹਦੇ ਵੱਲ ਸਭ ਦੀ ਨਿਗਾਹ ਟਿੱਕੀ ਰਹਿਣੀ ਆ ਆਉਂਦੇ ਸਮੇਂ ਦੇ ਵਿੱਚ। ਰਾਜਾ ਵੜਿੰਗ ਨੇ 22 ਤਰੀਕ ਨੂੰ ਆਪਣੀ ਪ੍ਰਧਾਨਗੀ ਸੰਭਾਲਣੀ ਹੈ, ਯਾਨੀ ਕਿ ਹੁਣ ਤੋਂ ਕੁਝ ਘੰਟੇ ਬਾਅਦ ਹੀ ਲਾ ਲਓ। ਪਰ ਉਸ ਤੋਂ ਅਗਲੀ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਵਿੱਚ ਖੱਖੜੀਆਂ ਕਰੇਲਿਆਂ ਵਾਲੀ ਗੱਲ ਆ ਰਹੀ ਹੈ, ਤੇ ਜਿਵੇਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਘੇਰਾ ਦਰ ਘੇਰਾ ਪੈ ਰਿਹਾ, ਜਿਵੇਂ ਨਵਜੋਤ ਸਿੰਘ ਸਿੱਧੂ ਆਪਣੀ ਵੱਖਰੀ ਪਾਲ ਬਣਾ ਕੇ ਚੱਲ ਰਹੀ ਆ, ਇਹਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਨਵੀਆਂ ਸ਼ਾਮਲ ਹੋਣਗੀਆਂ ਆਉਂਦੇ ਸਮੇਂ ਦੇ ਵਿੱਚ। ਪਹਿਲਾਂ ਇਸ ਰਿਪੋਰਟ ਦਾ ਅਸੀਂ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਰਾਜਪਾਲ BL ਪੁਰੋਹਿਤ ਨੂੰ ਮਿਲੇ ਨੇ। ਸਿੱਧੂ ਨੇ ਉਹਨਾਂ ਨੂੰ ਪੰਜਾਬ ਦੇ ਨਾਲ ਜੁੜੇ ਮੁੱਦਿਆਂ ਦੇ ਬਾਰੇ ਮੰਗ ਪੱਤਰ ਸੌਂਪਿਆ। ਇਸ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਵਿੱਚ ਰਬੜ ਸਟੈਂਡ ਮੁੱਖ ਮੰਤਰੀ ਬਣ ਕੇ ਰਹਿ ਗਏ ਨੇ, ਜਿਨ੍ਹਾਂ ਨੂੰ ਚਾਬੀ ਦੇ ਕੇ ਛੱਡਿਆ ਜਾਂਦਾ ਹੈ। ਸਿੱਧੂ ਨੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਮਾਨ ਦੇ ਉੱਤੇ ਤੰਜ਼ ਕੱਸਿਆ ਕਿ ਅੰਗਰੇਜ਼ਾਂ ਦੇ ਪੰਜਾਬ ਆਉਣ ਦੀ ਗੱਲ ਤਾਂ ਛੱਡੋ, ਜੇ ਇਹੀ ਹਾਲਤ ਰਹੀ ਤਾਂ 3 ਕਰੋੜ ਪੰਜਾਬੀ ਵੀ ਪੰਜਾਬ ਛੱਡ ਕੇ ਭੱਜ ਜਾਣਗੇ। ਸਿੱਧੂ ਨੇ ਕਿਹਾ ਕਿ ਜੇ ਜ਼ਰੂਰਤ ਪਈ ਤਾਂ ਮੈਂ ਦਿੱਲੀ ਜਾ ਕੇ ਵੀ ਇਹ ਮੁੱਦੇ ਚੁੱਕਾਂਗਾ। ਸਿੱਧੂ ਨੇ ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਦੇ ਉੱਤੇ ਦਰਜ ਹੋਏ ਕੇਸ ਦਾ ਵੀ ਵਿਰੋਧ ਕੀਤਾ ਹੈ। ਸਿੱਧੂ ਨੇ ਕਿਹਾ ਕਿ ਜਿਸ ਦਿਨ ਉਹ ਪੇਸ਼ ਹੋਣ ਆਉਣਗੇ ਮੈਂ ਵੀ ਉਹਨਾਂ ਦੇ ਨਾਲ ਜਾਵਾਂਗਾ। ਬਿਜਲੀ ਦੇ ਮੁੱਦੇ ਦੇ ਉੱਤੇ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਵਿੱਚ ਬਿਜਲੀ ਦਾ ਸੰਕਟ ਹੈ, ਪਿੰਡਾਂ ਦੇ ਵਿੱਚ ਸਿਰਫ 2 ਘੰਟੇ ਬਿਜਲੀ ਆ ਰਹੀ ਹੈ, ਹਾਲੇ 15,000 ਮੈਗਾਵਾਟ ਬਿਜਲੀ ਦੀ ਜ਼ਰੂਰਤ ਹੋਵੇਗੀ, ਇਹ ਸਾਰੀ ਮੰਗ ਕਿਵੇਂ ਪੂਰੀ ਹੋਏਗੀ। ਪੰਜਾਬ ਦੇ ਵਿੱਚ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਨਹੀਂ ਹੋ ਰਹੀ, ਸ਼ਰੇਆਮ ਗੋਲੀਆਂ ਚੱਲ ਰਹੀਆਂ ਨੇ, 40 ਲੋਕ ਮਾਰੇ ਗਏ ਤੇ ਭਗਵੰਤ ਮਾਨ ਠੰਡੀਆਂ ਵਾਦੀਆਂ ਦੇ ਵਿੱਚ ਘੁੰਮਦੇ ਰਹੇ। ਪੰਜਾਬ ਦੀ ਫਿਕਰ ਛੱਡ ਕੇ ਉਹ ਗੁਜਰਾਤ ਦੇ ਵਿੱਚ ਆਉਂਦੇ ਜਾਂਦੇ ਨੇ। ਪੰਜਾਬ ਦੇ ਪੈਸਿਆਂ ਤੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ। ਪੰਜਾਬੀਆਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਗੁਜਰਾਤ ਹਿਮਾਚਲ ਦੇ ਵਿੱਚ ਇਸ਼ਤਿਹਾਰਬਾਜ਼ੀ ਕਿਉਂ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦਾ ਰਾਜਨੀਤੀਕਰਨ ਹੋ ਗਿਆ, ਇੱਥੇ ਲੋਕ ਮਰ ਰਹੇ ਨੇ, ਗੋਲੀਆਂ ਚੱਲ ਰਹੀਆਂ, ਕਬਜ਼ੇ ਹੋ ਰਹੇ ਨੇ, ਫਿਰੌਤੀ ਮੰਗੀ ਜਾ ਰਹੀ ਹੈ। ਇੱਥੇ ਕਾਰਵਾਈ ਛੱਡ ਕੇ ਪੰਜਾਬ ਪੁਲਿਸ ਕੇਜਰੀਵਾਲ ਦੇ ਖਿਲਾਫ ਸੱਚ ਦੀ ਆਵਾਜ਼ ਉਠਾਉਣ ਵਾਲਿਆਂ ਦੇ ਉੱਤੇ ਪਰਚੇ ਦਰਜ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਸੁਸ਼ੀਲ ਗੁਪਤਾ ਦੇ ਵਿੱਚ ਇੰਨਾ ਦਮ ਨਹੀਂ ਕਿ ਉਹ ਆਪਣੀ ਮਰਜ਼ੀ ਨਾਲ ਬੋਲੇ। ਅਸਲ ਦੇ ਵਿੱਚ ਸੁਸ਼ੀਲ ਗੁਪਤਾ ਦੇ ਪਿਛਲੇ ਪਾਸੇ ਅਰਵਿੰਦ ਕੇਜਰੀਵਾਲ ਬੋਲ ਰਹੇ ਨੇ। ਇੰਨਾ ਸਮਝ ਲਵੋ ਕਿ ਪੰਜਾਬ ਦੀ ਇੱਕ ਬੂੰਦ ਪਾਣੀ ਦੀ ਕਿਸੇ ਨੂੰ ਨਹੀਂ ਮਿਲੇਗੀ। ਹਿੰਮਤ ਹੈ ਤਾਂ ਪਾਣੀ ਨੂੰ ਛੇੜ ਕੇ ਦਿਖਾਓ, ਫਿਰ ਅਸੀਂ ਮੰਨਾਂਗੇ ਕਿ ਤੁਹਾਡੇ ਵਿੱਚ ਕਿੰਨਾ ਕੁ ਦਮ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜੋ ਮੁੱਦੇ ਨਵਜੋਤ ਸਿੰਘ ਸਿੱਧੂ ਨੇ ਚੁੱਕੇ ਆ ਉਹਦੇ ਵਿੱਚੋਂ ਕਈ ਸਹੀ ਆ, ਪਰ ਇਹ ਮੁੱਦੇ ਚੁੱਕਣ ਦੇ ਵੇਲੇ ਨਵਜੋਤ ਸਿੰਘ ਸਿੱਧੂ ਨੂੰ ਇਸ ਗੱਲ ਦਾ ਚੇਤਾ ਜ਼ਰੂਰ ਰੱਖਣਾ ਚਾਹੀਦਾ ਕਿ ਇਹ ਸਾਰੇ ਦੇ ਸਾਰੇ ਮੁੱਦੇ ਕਾਂਗਰਸ ਦੀ ਸਰਕਾਰ ਦੇ ਮੌਕੇ ਵੀ ਸੀ,
ਇਹ ਉਦੋਂ ਵੀ ਸੀ ਜਦੋਂ ਉਹ ਆਪ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ। ਇਹ ਮੁੱਦੇ ਅੱਜ ਵੀ ਉਵੇਂ ਹੀ ਆ। ਅਸੀਂ ਪਹਿਲਾਂ ਵੀ ਇਹਨਾਂ ਦਾ ਹੱਲ ਚਾਹੁੰਦੇ ਸੀ, ਅੱਜ ਵੀ ਇਹਨਾਂ ਦਾ ਹੱਲ ਚਾਹੁੰਦੇ ਆ। ਨਾ ਕਾਂਗਰਸ ਨੇ ਇਹਨਾਂ ਮੁੱਦਿਆਂ ਦੇ ਬਾਬਤ ਦਿਨ ਰਾਤ ਕੁਝ ਇੱਕ ਕਰਕੇ ਸੋਚਿਆ, ਨਾ ਇਹਦੇ ਬਾਬਤ ਆਮ ਆਦਮੀ ਪਾਰਟੀ ਦੀ ਸਰਕਾਰ ਹਾਲੇ ਤੱਕ ਕੋਈ ਸਪਸ਼ਟ ਨੀਤੀ ਅਪਣਾ ਰਹੀ ਹੈ, ਨਾ ਅਕਾਲੀਆਂ ਦੇ ਰਾਜ ਦੇ ਵਿੱਚ ਇਹ ਮੁੱਦੇ ਹੱਲ ਹੋਏ ਆ। ਤੇ ਇਹਨਾਂ ਮੁੱਦਿਆਂ ਨੂੰ ਹੱਲ ਕਰਨਾ ਸਮੇਂ ਦੀ ਲੋੜ ਸੀ, ਪਰ ਦਹਾਕੇ ਦਰ ਦਹਾਕੇ ਇਹ ਗੱਲਾਂ ਅੱਗੇ ਤੋਂ ਅੱਗੇ ਪਈ ਜਾਂਦੀਆਂ। ਇਹ ਗੱਲ ਸੱਚੀ ਹੈ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਹੋਰਾਂ ਨੇ ਜਿਸ ਦਿਨ ਇਹ ਗੱਲ ਆਖੀ ਕਿ ਜੀ ਪੰਜਾਬ ਦੇ ਵਿੱਚ ਕੁਝ ਕੁ ਸਮੇਂ ਬਾਅਦ ਤੁਸੀਂ ਦੇਖੋਗੇ ਅੰਗਰੇਜ਼ ਇੱਥੇ ਨੌਕਰੀ ਕਰਨ ਆਇਆ ਕਰਨਗੇ, ਇਹ ਇੱਕ ਮਜ਼ਾਕ ਬਣ ਗਿਆ। ਜਿਸ ਤਰੀਕੇ ਦੇ ਨਾਲ ਹੁਣ ਬਾਕੀ ਵੱਖ-ਵੱਖ ਨੇਤਾਵਾਂ ਦੇ ਅੱਜ ਤੱਕ ਮਜ਼ਾਕ ਚੱਲਦੇ ਆ ਰਹੇ ਆ, ਉਵੇਂ ਹੀ ਭਗਵੰਤ ਮਾਨ ਦੀ ਕਹੀ ਹੋਈ ਇਹ ਗੱਲ ਵੀ ਇੱਕ ਮਜ਼ਾਕ ਦਾ ਪਾਤਰ ਬਣ ਗਈ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇਕਰ ਪੰਜਾਬ ਦੇ ਵਿੱਚ ਸਾਰਾ ਕੁਝ ਠੀਕ ਰਿਹਾ ਤਾਂ ਅੰਗਰੇਜ਼ ਆਇਆ ਕਰਨਗੇ, ਪਰ ਲੋਕਾਂ ਦਾ ਇਹ ਕਹਿਣਾ, ਜਥੇਬੰਦੀਆਂ ਦਾ ਇਹ ਕਹਿਣਾ, ਬੇਰੁਜ਼ਗਾਰਾਂ ਦਾ ਇਹ ਕਹਿਣਾ ਕਿ ਅਸੀਂ ਆਪ ਜੀ ਨੂੰ ਕਤਾਰਾਂ ਦੇ ਵਿੱਚ ਖੜ੍ਹ ਕੇ ਵੋਟਾਂ ਪਾਈਆਂ, ਪਹਿਲਾਂ ਸਾਡੇ ਮਸਲਿਆਂ ਨੂੰ ਹੱਲ ਕਰ ਦਿਓ, ਬਾਅਦ ਦੇ ਵਿੱਚ ਗੋਰਿਆਂ ਦੇ ਮਸਲੇ ਹੱਲ ਕਰ ਦਿਓ। ਸੋ ਗੱਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਮੁੱਦੇ ਚੁੱਕੇ ਆ, ਇਹ ਉਹਨਾਂ ਨੇ ਆਪਣੀ ਧਿਰ ਦੇ ਵੱਲੋਂ ਚੁੱਕੇ ਆ ਕਿ ਕਾਂਗਰਸ ਕਮੇਟੀ ਪੰਜਾਬ ਦੇ ਵੱਲੋਂ ਚੁੱਕੇ ਆ ਜਾਂ ਹਾਈ ਕਮਾਨ ਦੇ ਕਹਿਣ ਦੇ ਉੱਤੇ ਚੁੱਕੇ ਆ, ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਪਰ ਇਹ ਗੱਲ ਪੱਕੀ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਇੱਕ ਵੱਖਰੀ ਧਿਰ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਵੱਖਰੀ ਧਿਰ ਬਣਾਉਣੀ ਵੀ ਉਹਨਾਂ ਦੀ ਮਰਜ਼ੀ ਹੈ। ਉਹ ਕਿੰਨੇ ਸਫਲ ਹੁੰਦੇ ਆ, ਸਫਲ ਨਹੀਂ ਹੁੰਦੇ, ਇਹ ਆਉਣ ਵਾਲਾ ਵਕਤ ਬਿਆਨ ਕਰੂਗਾ, ਪਰ ਮੁੱਦੇ ਲਗਾਤਾਰ ਚੁੱਕਦੇ ਰਹਿਣਾ ਚਾਹੀਦਾ। ਸਿੱਧੂ ਸਾਹਿਬ ਦੇ ਬਾਰੇ ਜਿਹੜੀ ਗੱਲ ਮਸ਼ਹੂਰ ਹੈ ਉਹ ਇਹ ਹੈ ਜੀ ਕਿ ਉਹ ਇੱਕ ਵਾਰ ਮੁੱਦੇ ਚੁੱਕਦੇ ਹੁੰਦੇ, ਫਿਰ ਕੁਝ ਕੁ ਮਹੀਨੇ ਚੁੱਪ ਕਰਦੇ ਆ। ਐਤਕੀ ਉਹ ਚੁੱਪ ਨਾ ਕਰਨ, ਪੰਜਾਬ ਦੇ ਮੁੱਦੇ ਸਹੀ ਤਰੀਕੇ ਨਾਲ ਚੁੱਕਦੇ ਰਹਿਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਤੇ ਜਿਹੜੀ ਧਿਰ ਨੂੰ 92 ਸੀਟਾਂ ਦਵਾ ਕੇ ਆਮ ਆਦਮੀ ਪਾਰਟੀ ਨੂੰ ਇੱਥੋਂ ਤੱਕ ਲੋਕਾਂ ਨੇ ਪਹੁੰਚਾਇਆ, ਤੇ ਉਹਨਾਂ ਦੇ ਮੁੱਦੇ ਉਹ ਹੱਲ ਵੀ ਹੁੰਦੇ ਰਹਿਣ। ਸਿਰਫ ਇਹ ਗੱਲ ਕਹਿ ਦੇਣੀ ਕਿ ਇੱਕ ਅਸੀਂ ਆਹ ਕਰ ਦਿਆਂਗੇ, ਇੱਕ ਅਸੀਂ ਆਹ ਕਰ ਦਿਆਂਗੇ, ਆਉਂਦੇ ਸਮੇਂ ਦੇ ਵਿੱਚ ਆਹ ਕੁਝ ਅਸੀਂ ਕਰਨਾ ਹੈ, ਅਸੀਂ ਇਹਦੇ ਬਾਬਤ ਖਾਕਾ ਤਿਆਰ ਕਰ ਰਹੇ ਹਾਂ। ਫਿਰ ਤੁਸੀਂ ਜਦੋਂ ਖਾਕਾ ਤਿਆਰ ਹੋ ਗਿਆ ਉਦੋਂ ਗੱਲ ਕਰਿਓ ਨਾ। ਗੱਲ ਇਹ ਆ ਵੀ ਐਲਾਨ ਆਪਾਂ ਅੱਜ ਕਰ ਦਿੰਦੇ ਹਾਂ ਤੇ ਪ੍ਰੈਕਟੀਕਲ ਤੌਰ ਦੇ ਉੱਤੇ ਗੱਲ ਆਉਂਦੇ ਸਮੇਂ ਦੇ ਵਿੱਚ ਲਾਗੂ ਹੋਣੀ ਹੈ। ਚਰਚਾ ਜਦੋਂ ਅੱਜ ਛਿੜ ਪਈ ਤਾਂ ਫਿਰ ਉਸ ਗੱਲ ਦੀ ਉਮੀਦ ਵੀ ਅੱਜ ਤੋਂ ਕਰਨੀ ਬਣਦੀ ਹੈ। ਸੋ ਵਕਤ ਦੱਸੂਗਾ ਕਿ ਭਗਵੰਤ ਮਾਨ ਪੰਜਾਬ ਦੀ ਉਲਝੀ ਹੋਈ ਤਾਣੀ ਨੂੰ ਕਿਵੇਂ ਸੁਲਝੀ ਹੋਈ ਬਣਾਉਂਦੇ ਆ ਤੇ ਪੰਜਾਬ ਦੇ ਮੂੰਹ ਅੱਡੀ ਖੜੇ ਮਸਲੇ ਕਿਵੇਂ ਹੱਲ ਕਰਦੇ ਆ। ਪੰਜਾਬ ਦੇ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਇੱਕਦਮ ਫੇਰ ਵਾਧਾ ਹੋਣ ਲੱਗਿਆ। ਵੈਸੇ ਤਾਂ ਕੁੱਲ ਭਾਰਤ ਦੇ ਵਿੱਚ ਹੀ ਹੈ, ਕਰੋਨਾ ਦੇ ਕੇਸਾਂ ਦੀ ਗਿਣਤੀ 100 ਤੋਂ ਹਜ਼ਾਰਾਂ ਦੇ ਵਿੱਚ ਹੋਣ ਲੱਗ ਪਈ ਹੈ। ਅਸੀਂ ਇਹ ਦਿਲੀ ਤੌਰ 'ਤੇ ਚਾਹੁੰਦੇ ਹਾਂ ਕਿ ਇਹ ਗਿਣਤੀ ਇੱਥੇ ਹੀ ਠੱਲੀ ਜਾਵੇ, ਪਰ ਜੇਕਰ ਆਪਾਂ ਅਣਗਹਿਲੀ ਵਰਤਦੇ ਰਹੇ ਤੇ ਕਰੋਨਾ ਨੂੰ ਟਿਚਰਾਂ ਕਰਦੇ ਰਹੇ ਤਾਂ ਕਿਤੇ ਇਹ ਨਾ ਹੋਵੇ ਕਿ ਔਖਾ ਵੇਲਾ ਇੱਕ ਤੋਂ ਫੇਰ ਆ ਜੇ। ਲੰਘੇ ਕੱਲ੍ਹ ਪੰਜਾਬ ਦੇ ਸਿਹਤ ਮੰਤਰੀ ਸਾਹਿਬ ਨੇ ਜਿਹੜੇ ਡਾਕਟਰ ਵਿਜੇ ਸਿੰਗਲਾ, ਉਹਨਾਂ ਦੇ ਵੱਲੋਂ ਕਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਸ਼ਾਪਿੰਗ ਮਾਲ ਦੇ ਵਿੱਚ ਜਾਣ ਦੇ ਵੇਲੇ, ਰੈਸਟੋਰੈਂਟ ਦੇ ਵਿੱਚ ਜਾਣ ਦੇ ਵੇਲੇ, ਜਿਮ ਦੇ ਵਿੱਚ ਜਾਣ ਦੇ ਵੇਲੇ, ਸਿਨੇਮਾ ਹਾਲ ਦੇ ਵਿੱਚ ਜਾਣ ਦੇ ਵੇਲੇ ਜਾਂ ਸਕੂਲ ਕਾਲਜ ਦੇ ਵਿੱਚ ਜਾਣ ਦੇ ਵੇਲੇ ਹੁਣ ਮਾਸਕ ਪਹਿਨਣਾ ਜ਼ਰੂਰੀ ਹੈ। ਹਾਲਾਂਕਿ ਇਹ ਗੱਲ ਮੰਨਣੀ ਸਭ ਦੇ ਵੱਸ ਦੀ ਗੱਲ ਨਹੀਂ, ਪਰ ਬੇਨਤੀ ਇਹ ਹੈ ਕਿ ਜੇਕਰ ਇੰਨੇ ਕੁ ਦੇ ਨਾਲ ਹੀ ਅਸੀਂ ਸਹੀ ਹੁੰਦੇ ਹਾਂ, ਜੇਕਰ ਇੰਨੇ ਕੁ ਨਿਯਮ ਨੂੰ ਅਪਣਾ ਕੇ ਹੀ ਅਸੀਂ ਇੱਕ ਸਰਕਾਰ ਦੇ ਕਹੇ ਮੁਤਾਬਕ, ਦਿੱਤੇ ਗਏ ਆਦੇਸ਼ ਦੇ ਮੁਤਾਬਕ ਚੱਲਣ ਦਾ ਮਾਦਾ ਰੱਖਦੇ ਹਾਂ, ਤਾਂ ਫਿਰ ਸਾਨੂੰ ਇੰਨੀ ਕੁ ਗੱਲ ਮੰਨ ਲੈਣੀ ਚਾਹੀਦੀ ਹੈ। ਸਾਨੂੰ ਦਰਸਾਉਣਾ ਚਾਹੀਦਾ ਕਿ ਭਾਈ ਜੇਕਰ ਤੁਸੀਂ ਕਿਹਾ ਤੇ ਅਸੀਂ ਇੰਨੀ ਗੱਲ ਮੰਨ ਲੈਂਦੇ ਹਾਂ। ਇਹਦੇ ਉੱਤੇ ਕਿਹੜਾ ਕੋਈ ਇਨਵੈਸਟਮੈਂਟ ਹੁੰਦੀ ਹੈ, ਕੋਈ ਪੂੰਜੀ ਨਿਵੇਸ਼ ਹੁੰਦਾ। ਸੋ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਇੱਕਦਮ ਵਾਧਾ ਹੋਣਾ, ਇਹ ਇੱਕ ਨਵੀਂ ਪਰੇਸ਼ਾਨੀ ਵਾਲੀ ਗੱਲ ਹੈ। ਹਾਲਾਂਕਿ ਕੋਈ ਲੋਕਡਾਊਨ ਵਾਲੀ ਗੱਲ ਨਹੀਂ ਸਾਹਮਣੇ ਆਈ, ਪਰ ਕੁਝ ਕੁ ਪਾਬੰਦੀਆਂ ਆਉਂਦੇ ਸਮੇਂ ਦੇ ਵਿੱਚ ਲੱਗ ਸਕਦੀਆਂ। ਚੰਡੀਗੜ੍ਹ ਦੇ ਵਿੱਚ ਵੀ ਮਾਸਕ ਲਾਜ਼ਮੀ ਕਰਾਰ ਦੇ ਦਿੱਤਾ ਗਿਆ, ਦਿੱਲੀ ਦੇ ਵਿੱਚ ਵੀ ਲਾਜ਼ਮੀ ਕਰਾਰ ਕਰ ਦਿੱਤਾ ਗਿਆ, ਪੰਜਾਬ ਦੇ ਵਿੱਚ ਵੀ ਲਾਜ਼ਮੀ ਕਰਾਰ ਕੀਤਾ ਗਿਆ ਤੇ ਹਾਲੇ ਹੋਰ ਕੀਤਾ ਜਾਊਗਾ। ਮੈਨੂੰ ਇਸ ਗੱਲ ਦੀ ਆਸ ਹੈ। ਪਰ ਜਦੋਂ ਹੁਣ ਕਰੋਨਾ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਫਿਰ ਹੌਲੀ ਵਾਧਾ ਹੋ ਰਿਹਾ, ਤਾਂ ਮੈਨੂੰ ਉਹ ਸਾਰੀ ਗੱਲ 2-2.5 ਸਾਲ ਪਹਿਲਾਂ ਵਾਲੀ ਚੇਤੇ ਆਉਂਦੀ ਹੈ, ਜਦੋਂ ਕਰੋਨਾ ਦੇ ਕੇਸਾਂ ਦੀ ਗਿਣਤੀ ਦੀ ਸ਼ੁਰੂਆਤ ਹੋਈ ਸੀ। ਉਸ ਤੋਂ ਬਾਅਦ ਜਦੋਂ ਪਹਿਲਾ ਦੌਰ ਆਇਆ, ਉਦੋਂ ਲੋਕ ਕਿੰਨੀ ਪਰੇਸ਼ਾਨੀ ਦੇ ਵਿੱਚ ਸੀ। ਕੀ ਕੁਝ ਪੰਜਾਬ ਤੇ ਸਮੁੱਚੀ ਦੁਨੀਆ ਦੇ ਲੋਕਾਂ ਨੇ ਆਪਣੇ ਪਿੰਡੇ ਦੇ ਉੱਤੇ ਹੰਢਾਇਆ। ਉਹੋ ਜਿਹਾ ਵੇਲਾ ਕਦੇ ਕਿਸੇ ਦੇ ਉੱਤੇ ਆਵੇ ਨਾ। ਉਸ ਔਖੇ ਵੇਲੇ ਦੇ ਵਿੱਚ ਜਿਹੜੇ ਵੀ ਭੈਣਾਂ ਵੀਰਾਂ ਨੇ ਇੱਕ ਦੂਜੇ ਦੀ ਬਾਂਹ ਫੜੀ, ਜਿਹੜੀਆਂ ਸੰਸਥਾਵਾਂ ਨੇ ਭੁੱਖੇ ਲੋਕਾਂ ਨੂੰ ਰੋਟੀ ਖਵਾਈ, ਬਿਮਾਰਾਂ ਦਾ ਇਲਾਜ ਕਰਵਾਇਆ, ਨਿਆਂ ਆਸਰਿਆਂ ਨੂੰ ਛੱਤ ਦਿੱਤੀ ਹੈ, ਸਹਾਰਾ ਦਿੱਤਾ, ਪਰਿਵਾਰ ਕੀ ਜੀਅ ਬਣਾ ਕੇ ਰੱਖਿਆ, ਉਹਨਾਂ ਸਾਰਿਆਂ ਦੀ ਸੋਚ ਨੂੰ ਸਲਾਮ ਕਰਨੀ ਬਣਦੀ ਹੈ। ਪਰ ਇਹ ਵੀ ਗੱਲ ਸੱਚੀ ਹੈ ਕਿ ਕਰੋਨਾ ਦੇ ਨਾਂ ਹੇਠ ਬਹੁਤ ਸਾਰੇ ਲੋਕਾਂ ਨੇ ਆਪਣੇ ਕਾਰੋਬਾਰ ਵੀ ਅਰਬਾਂ ਖਰਬਾਂ ਦੇ ਕਰ ਲਏ ਆ। ਕਿਸੇ ਦੇ ਲਈ ਕੋਈ ਸਮੱਸਿਆ ਹੁੰਦੀ ਹੈ, ਕਿਸੇ ਦੇ ਲਈ ਕੋਈ ਵਰਦਾਨ ਸਾਬਤ ਹੋ ਨਿਬੜਦਾ। ਸਾਡੀਆਂ ਸਰਕਾਰਾਂ ਨੇ ਫਿਰ ਇੱਕ ਵਾਰੀ ਕਹਿ ਦੇਣਾ ਕਿ ਤਾੜੀਆਂ ਵਜਾਓ, ਥਾਲੀਆਂ ਖੜਕਾਓ, ਚੀਕਾਂ ਮਾਰੋ, ਕੂਕਾਂ ਮਾਰੋ, ਮੋਮਬੱਤੀਆਂ ਜਗਾ ਦਿਓ, ਸਾਡੇ ਕੋਲੋਂ ਮਸਲੇ ਦਾ ਹੱਲ ਨਹੀਂ ਜੇ ਹੋਣਾ। ਸੋ ਇਸ ਕਰਕੇ ਬੇਨਤੀ ਹੈ ਕਿ ਜੇਕਰ ਕਰੋਨਾ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਹੈ
ਤਾਂ ਫਿਰ ਆਪਾਂ ਨੂੰ ਮੁਸ਼ਕਲ ਨਾ ਝੱਲਣੀ ਪਵੇ। ਇਹਦੇ ਲਈ ਹੁਣੇ ਤੋਂ ਪ੍ਰਪੇਅਰ ਰਹਿਣਾ ਚਾਹੀਦਾ, ਇਹਦੇ ਲਈ ਹੁਣੇ ਤੋਂ ਮਾਨਸਿਕ ਤੌਰ ਦੇ ਉੱਤੇ ਤਿਆਰ ਰਹਿਣਾ ਚਾਹੀਦਾ। ਹਾਲਾਂਕਿ ਹਾਲੇ ਤੱਕ ਸਮੱਸਿਆ ਉਨੀ ਵੱਡੀ ਨਹੀਂ, ਪਰ ਇਹ ਵੱਡੀ ਹੋਵੇ ਨਾ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਦੁਨੀਆ ਭਰ ਦੇ ਵਿੱਚ ਵਸਦੇ ਲੋਕ ਇਹ ਗੱਲ ਸੋਚਦੇ ਤੇ ਲੋਚਦੇ ਆ ਕਿ ਉਹੋ ਜਿਹਾ ਵੇਲਾ ਕਦੇ ਕਿਸੇ ਦੇ ਉੱਤੇ ਨਾ ਆਵੇ, ਵੈਰੀ ਦੁਸ਼ਮਣ ਦੇ ਉੱਤੇ ਵੀ ਨਾ ਆਵੇ ਜਿਹੋ ਜਿਹੇ ਵੇਲੇ ਦੇ ਵਿੱਚੋਂ ਲੋਕਾਈ ਲੰਘੀ ਆ। ਬਹੁਤ ਔਖਾ ਵੇਲਾ ਵੇਖਿਆ, ਬਹੁਤ ਕੁਝ ਪਿੰਡੇ ਦੇ ਉੱਤੇ ਹੰਡਾਇਆ, ਬੜੇ ਲੋਕਾਂ ਨੇ ਆਪਣੇ ਟੱਬਰ ਦੇ ਜੀ ਗਵਾਏ ਆ, ਬੜੇ ਲੋਕਾਂ ਦੇ ਰਿਸ਼ਤੇ ਵਿਛੜੇ ਆ। ਤੇ ਉਹ ਵੇਲਾ ਚੇਤੇ ਕਰੋ ਜਦੋਂ ਮਾਂ ਦੀ, ਬਾਪ ਦੀ, ਭੈਣ ਦੀ, ਭਾਈ ਦੀ, ਦੋਸਤ ਦੀ, ਸਕੇ ਸੰਬੰਧੀ ਦੀ ਮੌਤ ਹੁੰਦੀ ਸੀ ਤੇ ਕੋਈ ਸੰਸਕਾਰ ਕਰਨ ਵਾਸਤੇ ਸ਼ਮਸ਼ਾਨ ਘਾਟ ਦੇ ਵਿੱਚ ਜਾਂਦਾ ਨਹੀਂ ਸੀ। ਬੈਗ ਲੈ ਕੇ ਜਾਂਦੇ ਸੀ ਸਿਹਤ ਮਹਿਕਮੇ ਵਾਲੇ ਤੇ ਉੱਥੇ ਸੰਸਕਾਰ ਕਰਕੇ ਮੁੜ ਆਉਂਦੇ ਸੀ। ਤੇ ਬਹੁਤੇ ਲੋਕ ਉਦੋਂ ਵੀਡੀਓ ਕਾਨਫਰੰਸਿੰਗ ਦੇ ਉੱਤੇ ਜਾਂ ਵੀਡੀਓ ਕਾਲ ਦੇ ਉੱਤੇ ਸੰਸਕਾਰ ਵੇਖਦੇ ਸੀ। ਇਹੋ ਜਿਹਾ ਦੌਰ ਕਦੇ ਆਵੇ ਨਾ, ਇਹਦੀ ਕਾਮਨਾ ਕਰਨੀ ਬਣਦੀ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।